पाकिस्तान ने जिथे ਵੱਡੀਆਂ ਤਾਕਤਾਂ ਨੂੰ ਨੇੜੇ ਲਿਆ ਕੇ ਅਫਗਾਨਿਸਤਾਨ ਦੇ ਵਿੱਚ ਹਿਊਮੈਨਿਟੇਰੀਅਨ ਏਡ ਦੇ ਲਈ ਜਿਹੜਾ ਉਹ ਤਿਆਰ ਵੀ ਕੀਤਾ ਹੈ, ਉੱਥੇ ਇਹ ਵੀ ਹੈ ਕਿ ਵੀ ਜਿਹੜਾ ਹੁਣ ਬਾਰਡਰ ਚਮਨ ਬਾਰਡਰ ਅਫਗਾਨਿਸਤਾਨ ਨਾਲ ਲਗਭਗ 1 ਮਹੀਨੇ ਤੋਂ ਬੰਦ ਸੀ, ਕੁਝ ਟੈਨਸ਼ਨਸ ਵੀ ਸੀ, ਉਹ ਵੀ ਅੱਜ ਦੀਆਂ ਖਬਰਾਂ ਮੁਤਾਬਕ ਖੋਲ੍ਹ ਦਿੱਤਾ ਜਾਂਦਾ ਹੈ। ਖੁਫੀਆ ਤੰਤਰ ਦਾ ਹੀ ਚੀਫ ਨਹੀਂ ਹੈ ਅਜੀਤ ਡੋਵਾਲ, ਇਹ ਮੋਦੀ ਔਰ ਅਮਿਤ ਸ਼ਾਹ ਉਹਨਾਂ ਦੀ ਵੀ ਜਿਹੜੀ ਹੈ ਰੱਸੀ ਉਹ ਇਹਨਾਂ ਦੇ ਨੱਕ 'ਚ ਨਕੇਲ ਪਾ ਕੇ ਉਹਨੇ ਹੀ ਫੜੀ ਹੋਈ ਹੈ, ਉਹੀ ਰਨ ਕਰ ਰਿਹਾ, ਫੌਜ ਵੀ ਉਹਦੇ ਜ਼ੇਰ ਹੈ। ਉਹਨੇ 10 ਤੇ 11 ਨਵੰਬਰ ਦੀ ਦਿੱਲੀ ਦੇ ਵਿੱਚ ਮੀਟਿੰਗ ਰੱਖ ਲਈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੀ, ਔਰ ਉਹਦੇ 'ਚ ਜਿਹਦੇ 'ਚ ਉਹਨੇ ਇਨਵਾਈਟ ਕੀਤਾ ਰਸ਼ੀਆ ਨੂੰ, ਕਿਰਗਿਸਤਾਨ ਨੂੰ, ਕਜ਼ਾਕਿਸਤਾਨ ਨੂੰ, ਤਾਜ਼ਿਕਸਤਾਨ ਨੂੰ, ਨਾਲ ਦੀ ਨਾਲ ਪਾਕਿਸਤਾਨ, ਕਿ ਜਿਹੜੇ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ, ਉਹਨਾਂ ਨੇ ਫਰਮਲੀ ਕਿਹਾ कि पाकिस्तान बिल्कुल इस दिल्ली की मीटिंग दे विच नहीं जाएगा, आई वॉन्ट गो। उन्होंने कहा ए स्पॉयलर कैन नॉट ट्राई टू बिकम ए पीस मेकर। उन्होंने कहा भी भारत पहला तो इहदा तो बनता ही नहीं है, इहदा की लागा दे गया दूजे। दर्शकों ब्रेक तो बाद ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਖੁਫੀਆ ਤੰਤਰ ਦੇ ਮੁਖੀ ਅਜੀਤ ਡੋਵਲ ਨੇ ਅਫਗਾਨਿਸਤਾਨ ਸੰਬੰਧੀ ਇੱਕ ਮੀਟਿੰਗ ਦਿੱਲੀ ਵਿੱਚ 10 ਤੇ 11 ਨਵੰਬਰ ਨੂੰ ਸੱਦੀ ਹੋਈ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ ਨੂੰ ਵੀ ਸੱਦਾ ਪੱਤਰ ਜਿਹੜਾ ਭੇਜਿਆ ਗਿਆ ਸੀ। ਉਹਨਾਂ ਨੇ ਇਹ ਕਹਿ ਕੇ ਸੱਦਾ ਪੱਤਰ ਠੁਕਰਾ ਦਿੱਤਾ ਕਿ ਭਾਰਤ ਡਰਾਮੇਬਾਜ਼ੀ ਕਰ ਰਿਹਾ ਹੈ, ਇੱਕ ਪਾਸੇ ਅਫਗਾਨ ਅਮਨ ਸਮਝੌਤੇ ਨੂੰ ਤਾਰ ਪੀਡੋ ਕਰ ਰਿਹਾ ਹੈ ਤੇ ਦੂਸਰੇ ਪਾਸੇ ਅਫਗਾਨਾਂ ਨਾਲ ਹਿੱਜ ਦਿਖਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਗਾਨਿਸਤਾਨ ਦੀ ਸਿਚੁਏਸ਼ਨ ਇੱਕ ਲਿਹਾਜ਼ ਨਾਲ ਨਾਜ਼ੁਕ ਵੀ ਹੈ, ਇੱਕ ਲਿਹਾਜ਼ ਨਾਲ ਅਸੀਂ ਦੇਖਦੇ ਹਾਂ ਕਿ ਇੰਟਰਨੈਸ਼ਨਲ ਐਕਸੈਪਟੈਂਸ ਵੀ ਹੈ ਕਿਤੇ ਨਾ ਕਿਤੇ, ਜਿਵੇਂ ਈਰਾਨ ਵਿਚਲੀ ਮੀਟਿੰਗ ਤੋਂ ਸਾਬਤ ਹੋਇਆ, ਜਾਂ ਜਿਵੇਂ ਈਵਨ ਹਿਊਮੈਨਿਟੇਰੀਅਨ ਏਡ ਜਾਣੀ ਸ਼ੁਰੂ ਹੋਈ ਹੈ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਅੱਜ ਹੀ ਕਾਬਲ ਦੇ ਵੱਡੇ ਹਸਪੀਟਲ ਦੇ ਵਿੱਚ ਜਿਹਦੀ ਜ਼ਿੰਮੇਵਾਰੀ ਅਜੇ ਇਸਲਾਮਿਕ ਸਟੇਟ ਨੇ ਨਹੀਂ ਲਈ, ਪਰ ਉਹਨਾਂ ਦੀ ਕਾਰਸਤਾਨੀ ਲੱਗਦੀ ਹੈ, ਅਟੈਕ ਹੁੰਦਾ ਹੈ, 25 ਦੇ ਕਰੀਬ ਜਿਹੜੇ ਲੋਕ ਨੇ ਮਾਰੇ ਜਾਂਦੇ ਨੇ, ਬਾਕੀ ਜ਼ਖਮੀ ਹੁੰਦੇ ਨੇ, ਹਮਲਾਵਰ ਵੀ ਮਾਰੇ ਜਾਂਦੇ ਨੇ। ਸੋ ਈਵਨ ਇਸ ਸਾਰੀ ਖੇਡ ਦੇ ਵਿੱਚ ਜੋ ਵੀ ਇਸਲਾਮਿਕ ਸਟੇਟ ਨੂੰ ਘੁਮਾ ਰਿਹਾ ਹੈ, ਜੋ ਵੀ ਤਾਕਤਾਂ ਜਿਹੜੀਆਂ ਨੇ ਉੱਥੇ ਸਟੇਬਿਲਿਟੀ ਜਾਂ ਅਮਨ ਪ੍ਰੋਸੈਸ ਨਹੀਂ ਹੋਣ ਦੇਣਾ ਚਾਹੁੰਦੀਆਂ, ਉਹਨਾਂ ਦੇ ਲਈ ਕੋਈ ਮੈਟਰ ਨਹੀਂ ਕਰਦਾ ਕਿ ਸਿਵਿਲੀਅਨਸ ਔਰ ਹਸਪਤਾਲਾਂ ਦੇ ਉੱਤੇ ਅਟੈਕ। ਇਹਨੂੰ ਤਾਂ ਕਿਹੜਾ ਮਜ਼ਹਬ ਇਸਲਾਮ ਦਾ ਨਾਂ ਜੇ ਸੱਚਮੁੱਚ ਕੋਈ ਇਸ ਨਾਂ ਦੀ ਆਰਗੇਨਾਈਜੇਸ਼ਨ ਹੈ, ਹਾਲਾਂਕਿ ਸਾਰਾ ਏਜੰਸੀਆਂ ਦਾ ਇੱਕ ਆਪਣਾ ਰੰਗ ਢੰਗ ਹੁੰਦਾ, ਅੱਗੋਂ ਤਾਂ ਮਰਸਨਰੀ ਰੱਖੇ ਹੁੰਦੇ ਨੇ, ਉਹ ਤਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਉਹ ਕੀ ਕਰ ਰਹੇ ਨੇ। ਹੁਣ ਇਸ ਸਾਰੇ ਦੌਰ ਦੇ ਚੱਲਦੇ ਆ ਪਾਕਿਸਤਾਨ ਨੇ ਜਿੱਥੇ ਵੱਡੀਆਂ ਤਾਕਤਾਂ ਨੂੰ ਨੇੜੇ ਲਿਆ ਕੇ ਅਫਗਾਨਿਸਤਾਨ ਦੇ ਵਿੱਚ ਹਿਊਮੈਨਿਟੇਰੀਅਨ ਏਡ ਦੇ ਲਈ ਜਿਹੜਾ ਉਹ ਤਿਆਰ ਵੀ ਕੀਤਾ ਹੈ, ਉੱਥੇ ਇਹ ਵੀ ਹੈ ਕਿ ਵੀ ਜਿਹੜਾ ਹੁਣ ਬਾਰਡਰ ਚਮਨ ਬਾਰਡਰ ਅਫਗਾਨਿਸਤਾਨ ਨਾਲ ਲਗਭਗ 1 ਮਹੀਨੇ ਤੋਂ ਬੰਦ ਸੀ, ਕੁਝ ਟੈਨਸ਼ਨਸ ਵੀ ਸੀ, ਉਹ ਵੀ ਅੱਜ ਦੀਆਂ ਖਬਰਾਂ ਮੁਤਾਬਕ ਖੋਲ੍ਹ ਦਿੱਤਾ ਜਾਂਦਾ ਹੈ। ਇਹ ਵੀ ਆਇਆ ਕਿ ਭਾਵੇਂ ਪਾਕਿਸਤਾਨ ਨੇ ਫਾਰਮਲੀ ਰੈਕਗਨਾਈਜ਼ ਨਹੀਂ ਕੀਤਾ ਤਾਲਿਬਾਨ ਹਕੂਮਤ ਨੂੰ, ਲੇਕਿਨ ਉਹਨਾਂ ਦੇ ਡਿਪਲੋਮੈਟਸ ਜਿਹੜੇ ਨੇ ਉਹ ਆਲਰੇਡੀ ਫੰਕਸ਼ਨਿੰਗ ਨੇ ਪਾਕਿਸਤਾਨ ਦੇ ਵਿੱਚ, ਜਾਂ ਦੋਨੋਂ ਪਾਸੇ ਹੀ ਵਾਈਸਾ ਵਰਸਾ, ਇੱਧਰ ਵੀ ਉੱਧਰ ਵੀ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਭਾਰਤ ਨੂੰ ਈਵਨ ਈਰਾਨ ਨੇ ਵੀ ਜਿਹੜੀ ਮੀਟਿੰਗ ਮੁਲਕਾਂ ਦੀ ਰੱਖੀ ਸੀ ਉਸ ਦੇ ਵਿੱਚ ਭਾਰਤ ਨੂੰ ਨਹੀਂ ਸੀ ਸੱਦਿਆ ਗਿਆ। ਹਾਲਾਂ ਰਸ਼ੀਆ ਨੇ ਮਾਸਕੋ ਦੇ ਵਿੱਚ ਇਹਨਾਂ ਨੂੰ ਸੱਦਿਆ, ਹਾਲਾਂ ਉਹਨਾਂ ਦਾ ਰੋਲ ਤਾਂ ਕੋਈ ਨਹੀਂ ਸੀ ਸਾਰੇ। ਹੁਣ ਇਹਨਾਂ ਨੇ ਇਹ ਦੇਖਦੇ ਆ ਕਿ ਵੀ ਅਸੀਂ ਤਾਂ ਜਿੱਥੇ ਖੜਪੈਂਚ ਸੀ ਇਸ ਸਾਰੇ 'ਚ, ਹੁਣ ਤਾਂ ਅਸੀਂ ਸਾਰੀ ਪ੍ਰੋਸੈਸ ਤੋਂ ਹੀ ਬਾਹਰ ਹੈ। ਔਰ ਅਕਤੂਬਰ ਦੇ ਮਹੀਨੇ 'ਚ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਔਰ ਜੇ ਮੈਂ ਕਹਾਂ ਕਿ ਇਕੱਲਾ ਖੁਫੀਆ ਤੰਤਰ ਦਾ ਹੀ ਚੀਫ ਨਹੀਂ ਹੈ ਅਜੀਤ ਡੋਵਾਲ, ਇਹ ਮੋਦੀ ਔਰ ਅਮਿਤ ਸ਼ਾਹ ਉਹਨਾਂ ਦੀ ਵੀ ਜਿਹੜੀ ਹੈ ਰੱਸੀ ਉਹ ਇਹਨਾਂ ਦੇ ਨੱਕ 'ਚ ਨਕੇਲ ਪਾ ਕੇ ਉਹਨੇ ਹੀ ਫੜੀ ਹੋਈ ਹੈ, ਉਹੀ ਰਨ ਕਰ ਰਿਹਾ, ਫੌਜ ਵੀ ਉਹਦੇ ਜ਼ੇਰ ਹੈ। ਔਰ ਉਹਨੇ ਜਿਹੜਾ ਇਹ ਦੇਖਦੇ ਆ ਕਿ ਜੀ ਮੈਨੂੰ ਕੋਈ ਇਸ ਦੇ ਵਿੱਚ ਇੰਡੀਆ ਤਾਂ ਆਊਟ ਹੋ ਗਿਆ ਸਾਰੀ ਗੇਮ ਸਪਾਈ ਮਾਸਟਰ ਹੈ ਅਜੀਤ ਡੋਵਾਲ। ਉਹਨੇ 10 ਤੇ 11 ਨਵੰਬਰ ਦੀ ਦਿੱਲੀ ਦੇ ਵਿੱਚ ਮੀਟਿੰਗ ਰੱਖ ਲਈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੀ, ਔਰ ਉਹਦੇ 'ਚ ਜਿਹਦੇ 'ਚ ਉਹਨੇ ਇਨਵਾਈਟ ਕੀਤਾ ਰਸ਼ੀਆ ਨੂੰ, ਕਿਰਗਿਸਤਾਨ ਨੂੰ, ਕਜ਼ਾਕਿਸਤਾਨ ਨੂੰ, ਤਾਜ਼ਿਕਸਤਾਨ ਨੂੰ, ਨਾਲ ਦੀ ਨਾਲ ਪਾਕਿਸਤਾਨ।
ਹੁਣ ਇਹ ਇੱਕ ਬਹੁਤ ਵੱਡੀ ਖਬਰ ਸੀ। ਜੀ ਹਾਲਾਂ ਭਾਰਤ ਦੇ ਥੋੜੇ ਬਹੁਤ ਮੀਡੀਆ ਨੇ ਕਿਹਾ ਜੀ ਇੱਕ ਪਾਸੇ ਪਾਕਿਸਤਾਨ ਨਾਲ ਗੱਲਬਾਤ ਹੀ ਨਹੀਂ ਹੋ ਸਕਦੀ, ਪਰ ਤੁਸੀਂ ਉਹਨਾਂ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ ਉਹਨਾਂ ਨੂੰ ਸੱਦਾ ਦਿੱਤਾ ਹੈ। ਹੁਣ ਇਹ ਕਿਆਸ ਰਾਈਆਂ ਸੀ ਕਿ ਇਹਨਾਂ ਹਾਲਾਤਾਂ 'ਚ ਜਦੋਂ ਕਿ ਕਸ਼ਮੀਰ ਦੇ ਵਿੱਚ ਭਾਰਤੀ ਜ਼ੁਲਮ ਦੀ ਚੱਕੀ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ, ਕਿਵੇਂ ਉੱਥੇ ਜੰਗਲਾਂ ਨੂੰ ਵੀ ਅੱਗ ਲਾ ਕੇ ਜਿੱਥੇ ਉਹਨਾਂ ਦੀ ਨੈਚੁਰਲ ਜਿਹੜੀ ਸੰਪਤੀ ਹੈ ਜਾਂ ਨੈਚੁਰਲ ਵੈਲਥ ਹੈ ਉਹਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ। ਇਸ ਵੇਲੇ ਕਸ਼ਮੀਰੀ ਨੌਜਵਾਨਾਂ ਨੂੰ ਵੱਡੇ ਪੈਮਾਨੇ ਦੇ ਉੱਤੇ ਫੜੋ-ਫੜੀ ਉਹਨਾਂ ਦੀ ਜਾਰੀ ਹੈ। ਈਵਨ ਮਹਿਬੂਬਾ ਮੁਫਤੀ ਔਰ ਉਹਨਾਂ ਨੂੰ ਵੀ ਜਿਹੜੀਆਂ ਖਬਰਾਂ ਨੇ ਕਿ ਹਾਊਸ ਅਰੈਸਟ ਦੇ ਵਿੱਚ ਰੱਖਿਆ ਹੈ। ਜੀ ਕ੍ਰਿਕਟ ਦੇ ਵਿੱਚ ਪਾਕਿਸਤਾਨ ਦੀ ਜਿੱਤ ਨੂੰ ਲੈ ਕੇ ਕਸ਼ਮੀਰੀ ਸਟੂਡੈਂਟਸ ਨੂੰ ਜਿਵੇਂ ਟਾਰਗੇਟ ਕੀਤਾ ਗਿਆ, ਆਗਰੇ ਤੋਂ ਲੈ ਕੇ ਬਹੁਤ ਸਾਰੀਆਂ ਉਹਨਾਂ ਦੇ ਖਿਲਾਫ ਦੇਸ਼ ਧਰੋਹ ਸੈਡੀਸ਼ਨ ਦੇ ਕੇਸ ਔਰ ਉਸ ਕਿਸਮ ਦਾ ਚੱਲ ਰਿਹਾ। ਔਰ ਭਾਰਤ ਦੀ ਲਾਈਨ ਜਿਹੜੀ ਪਾਕਿਸਤਾਨ ਪ੍ਰਤੀ ਜਿਹੜਾ ਵੀ ਪਲੇਟਫਾਰਮ ਉਹਨਾਂ ਨੂੰ ਮਿਲਦਾ ਹੈ ਉਹ ਉਹਨਾਂ ਦਾ ਵਿਰੋਧਵਾੜੀ ਹੁੰਦੀ ਹੈ। ਸੋ ਇਹ ਆਫ ਇੰਟਰਸਟ ਸੀ ਕਿ ਕੀ ਇੱਕ ਪਾਸੇ ਅਸੀਂ UAE ਦੀ ਗੱਲ ਕੀਤੀ ਕਿ ਉਹਨਾਂ ਨੇ ਇਨਫਰਾਸਟ੍ਰਕਚਰ ਕਸ਼ਮੀਰ 'ਚ ਡਿਵੈਲਪ ਕਰਨ ਦੇ ਲਈ ਸਿਗਨੇਚਰ ਕੀਤੇ ਨੇ ਇੰਡੀਆ ਦੇ ਨਾਲ। ਫਿਰ ਇਹ ਵੀ ਆ ਗਿਆ ਕਿ ਭਾਰਤ ਤੇ ਪਾਕਿਸਤਾਨ ਜੇ T20 ਮੈਚ ਹੁੰਦਾ ਹੈ ਤੇ ਦੁਬਈ ਦੇ ਵਿੱਚ ਉਹ ਖੇਲਿਆ ਜਾਂਦਾ ਹੈ UAE 'ਚ, ਕਿ ਵੀ ਜੇ ਹੁਣ ਕ੍ਰਿਕਟ ਡਿਪਲੋਮੇਸੀ ਹੋ ਗਈ ਤੇ ਹੋ ਸਕਦਾ ਹੈ ਵੀ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਲੈਵਲ। ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਬਹੁਤ ਵਾਈਜ਼ ਐਂਡ ਬੋਲਡ ਫੈਸਲਾ ਇਸ ਦੇ ਉੱਤੇ ਲਿਆ ਔਰ ਅੱਜ ਦੀ ਮੇਨ ਮੀਡੀਆ ਨਿਊਜ਼ ਹੈ ਕਿ ਜਿਹੜੇ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ, ਉਹਨਾਂ ਨੇ ਫਰਮਲੀ ਕਿਹਾ ਕਿ ਪਾਕਿਸਤਾਨ ਬਿਲਕੁਲ ਇਸ ਦਿੱਲੀ ਦੀ ਮੀਟਿੰਗ ਦੇ ਵਿੱਚ ਨਹੀਂ ਜਾਏਗਾ। ਆਈ ਵਾਂਟ ਗੋ। ਫਿਰ ਉਹਨਾਂ ਨੇ ਕਿਹਾ ਇਹ ਸਪੋਇਲਰ ਕੈਨ ਨਾਟ ਟਰਾਈ ਟੂ ਬਿਕਮ ਏ ਪੀਸ ਮੇਕਰ। ਉਹਨਾਂ ਨੇ ਕਿਹਾ ਵੀ ਭਾਰਤ ਪਹਿਲਾਂ ਤਾਂ ਇਹਦਾ ਤਾਂ ਬਣਦਾ ਹੀ ਨਹੀਂ ਹੈ, ਇਹਦਾ ਕੀ ਲਾਗਾ ਦੇ ਗਿਆ ਦੂਜੇ। ਇਹ ਤਾਂ ਜਿਹੜੀ ਅਮਨ ਪ੍ਰੋਸੈਸ ਹੈ ਉਹਦੇ 'ਚ ਜਿਹੜਾ ਉਹ ਸਪੋਇਲਰ ਹੈ, ਉਹਨੂੰ ਪੰਬਲ ਭੂਸੇ ਪਾ ਰਹੇ ਨੇ ਜਾਂ ਉਹਨੂੰ ਡੈਮੇਜ ਕਰ ਰਹੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਆਈ ਥਿੰਕ the region's obstacles are in front of you. There is no need for debate on this. On one hand, India, unfortunately, because of government's behavior and ideology there, I don't see how this peace process will move forward, not just for Pakistan but the region. ਉਹਨਾਂ ਕਹਿ ਰਹੇ ਦੀ ਆਈਡੀਓਲੋਜੀ ਹਿੰਦੂਤਵਾਦੀ ਹੈ ਤੁਸੀਂ, ਕਿਉਂਕਿ ਇਹ ਉਹਨਾਂ ਨੇ ਉਦੋਂ ਕਿਹਾ ਜਦੋਂ ਕਿ ਉਜ਼ਬੇਕਿਸਤਾਨ ਦਾ ਜਿਹੜੇ ਸੈਕਟਰੀ ਆਫ ਸਿਕਿਉਰਿਟੀ ਕਾਉਂਸਲ ਹੈ ਲੈਫਟੀਨੈਂਟ ਜਨਰਲ ਵਿਕਟਰ, ਉਹ ਇਸਲਾਮਾਬਾਦ ਆਏ ਹੋਏ ਨੇ ਔਰ ਮੋਇਦ ਯੂਸਫ ਜਿਹੜੇ ਨੇ ਉਹ ਮੀਡੀਆ ਨੂੰ ਇਹ ਐਡਰੈਸ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਵੀ ਠੀਕ ਹੈ, ਕਿਉਂਕਿ ਉਹਨਾਂ ਨੇ ਤਾਂ ਕਿਹਾ ਵੀ ਉਹ ਜਾਣਗੇ। ਚੀਨ ਵਾਲਿਆਂ ਨੇ ਅਜੇ ਤੱਕ ਰਿਸਪੌਂਡ ਨਹੀਂ ਕੀਤਾ, ਪਰ ਇੰਡੀਆ ਕਹਿੰਦਾ ਜੀ ਕੋਈ ਨਹੀਂ, ਜੇ ਵਰਚੁਅਲੀ ਵੀ ਉਹ ਆ ਜਾਣ ਤੇ ਚੰਗਾ ਹੋਏਗਾ। ਲੇਕਿਨ ਜਿਵੇਂ ਅਸੀਂ ਕਿਹਾ ਕਿ ਰਸ਼ੀਆ, ਕਿਰਗਿਸਤਾਨ, ਕਜ਼ਾਕਿਸਤਾਨ ਔਰ ਤਾਜ਼ਿਕਸਤਾਨ ਇਹ ਇੰਡੀਆ ਦੇ ਕਹਿਣ ਮੁਤਾਬਕ ਹਾਮੀ ਭਰੀ ਹੈ। ਮੌਕੇ ਤੇ ਕਿਸੇ ਨੂੰ COVID-19 ਹੋ ਜਾਏ, ਕੋਈ ਹੋਰ ਬਹਾਨਾ ਬਣਾ ਕੇ ਨਾ ਜਾਣ, ਇਹ ਸਮਝ ਆ ਸਕਦਾ ਹੈ। ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਮੀਟਿੰਗ ਅਫਗਾਨਿਸਤਾਨ ਤੇ ਹੋ ਰਹੀ ਹੈ, ਕਰ ਇੰਡੀਆ ਰਿਹਾ ਜਿਹਦਾ ਬਾਰਡਰ ਵੀ ਨਹੀਂ ਲੱਗਦਾ, ਔਰ ਇਸ ਮੀਟਿੰਗ ਦੇ ਵਿੱਚ ਤਾਲਿਬਾਨ ਨੂੰ ਇਨਵਾਈਟ ਵੀ ਨਹੀਂ ਕੀਤਾ ਗਿਆ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਬਿਨਾਂ ਤਾਲਿਬਾਨ, ਪਹਿਲੀ ਗੱਲ ਤਾਂ ਤੁਹਾਡਾ ਲਾਗਾ ਦੇਗਾ ਕੀ ਹੈ, ਤੁਸੀਂ ਕਿੱਥੋਂ ਦੇ ਚੌਧਰੀ ਹੋ ਗਏ ਵਿੱਚ। ਫਿਰ ਜਿਨ੍ਹਾਂ ਦੇ ਮੁਲਕ ਬਾਰੇ ਗੱਲ ਹੋ ਰਹੀ ਹੈ, ਜਿਨ੍ਹਾਂ ਦੀ ਹਕੂਮਤ ਹੈ, ਜੇ ਉਹਨਾਂ ਦਾ ਨੁਮਾਇੰਦਾ ਜਾਂ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਵਿੱਚ ਨਹੀਂ ਬੈਠਾ ਹੋਇਆ ਤੇ ਤੁਸੀਂ ਇੱਥੇ 36 ਮਤੇ ਕਰ ਲਓ, ਉਹਦੀ ਕੀ ਵੈਲਿਊ ਹੈ। ਔਰ ਥਰਡਲੀ ਜੋ ਪਾਕਿਸਤਾਨ ਦਾ ਰੀਜ਼ਨੇਬਲ ਕੰਸਰਨ ਹੈ ਵੀ ਤੁਸੀਂ ਕਰ ਕੀ ਰਹੇ ਹੋ, ਵੀ ਜੋ ਹਾਲ ਤੁਸੀਂ ਜੋ ਹੁਣ ਤ੍ਰਿਪੁਰਾ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਿਹਾ, ਭੀੜਾਂ ਦੀਆਂ ਭੀੜਾਂ। ਕੱਲ ਇੱਕ ਵੀਡੀਓ ਕਿਸੇ ਨੇ ਭੇਜੀ, ਮਤਲਬ ਉਹ ਐਸੇ, ਮੈਂ ਉਹ ਲਫ਼ਜ਼ ਕਹਿ ਨਹੀਂ ਸਕਦਾ, ਨਬੀ ਮੁਹੰਮਦ ਸਾਹਿਬ ਦੇ ਖਿਲਾਫ ਜੋ ਨਾਰੇ ਉਹ ਕਰਾਊਡ ਲਾ ਰਹੀ ਹੈ, ਮੁਸਲਮਾਨਾਂ ਦੇ ਖਿਲਾਫ ਲਾ ਰਹੀ ਹੈ ਦੂਜਾ, ਔਰ ਮਸੀਤਾਂ ਦੇ ਉੱਤੇ ਅਟੈਕ ਹੋ ਰਹੇ ਨੇ, ਘਰਾਂ ਤੇ ਦੁਕਾਨਾਂ ਤੇ ਜੀਣਾ ਹਰਾਮ ਕੀਤਾ ਹੈ। ਔਰ ਇਸ ਸਭ ਦੇ ਚੱਲਦੇ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਪਾਕਿਸਤਾਨ ਦੀ ਹਕੂਮਤ ਦਾ ਬਿਲਕੁਲ ਠੀਕ ਫੈਸਲਾ ਹੈ ਔਰ ਉਹਨਾਂ ਨੂੰ ਫਰਮਲੀ ਜਿਹੜਾ ਇਹ ਲੌਂਗ ਟਰਮ ਆਪਣੀ ਪਾਲਿਸੀ ਬਣਾਉਣੀ ਹੋਏਗੀ। ਇਹ ਹਿਕਅਪਸ ਜਾਂ ਇਹ ਸਾਊਦੀ ਅਰੇਬੀਆ, UAE, ਜੇ ਸਾਊਦੀ ਅਰੇਬੀਆ ਨੇ ਥੋੜੇ ਬਹੁਤ ਪੈਸੇ ਦੇ ਦਿੱਤੇ ਨੇ ਕਿ ਭਾਈ ਚਲੋ ਐਜ਼ ਏ ਰਿਜ਼ਰਵ ਪਾਕਿਸਤਾਨ ਯੂਜ਼ ਕਰ ਸਕਦਾ ਹੈ,
ਔਰ ਅਮਰੀਕਾ ਵੀ ਸਿੱਧੇ ਤੌਰ ਤੇ ਜੇ ਉਹਨਾਂ ਨੇ ਆਪ ਤਾਂ ਤਲਵਾਰ ਉੱਤੇ ਰੱਖੀ ਹੋਈ ਹੈ ਉਸ ਦੀ ਟਾਸਕ ਫੋਰਸ ਫਾਈਨੈਂਸ਼ੀਅਲ ਟਾਸਕ ਫੋਰਸ ਦੇ ਨਾਂ ਥੱਲੇ, ਪਰ ਸੌਦੀਆਂ ਨੂੰ ਕਿਹਾ ਹੋਣਾ ਵੀ ਤੁਸੀਂ ਕਰ ਦਿਓ ਮਾੜਾ ਮੋਟਾ ਕਿ ਵੀ ਉਹਨਾਂ ਕੁ ਤੁਸੀਂ ਉਹਨਾਂ ਨੂੰ ਨਵਾਲਾ ਦੇਈ ਜਾਓ ਕਿ ਭੁੱਖੇ ਵੀ ਨਾ ਮਰਨ ਪਰ ਰਹਿਣ ਤੁਹਾਡੇ ਤੇ ਡਿਪੈਂਡੈਂਟ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੂੰ ਸੂਨਰ ਔਰ ਲੇਟਰ ਆਪਣੀ ਇੰਡੀਪੈਂਡੈਂਟ ਫੋਰਨ ਪਾਲਿਸੀ, ਇੰਡੀਪੈਂਡੈਂਟ ਡਿਪਲੋਮੇਸੀ ਡਿਵੈਲਪ ਕਰਨੀ ਹੋਏਗੀ। ਅਦਰਵਾਈਜ਼ ਇਸ ਕਿਸਮ ਦੇ ਹਿਕਅਪਸ ਔਰ ਅਸੀਂ ਵਿਸ਼ ਕਰਦੇ ਹਾਂ ਕਿ ਪਾਕਿਸਤਾਨ ਸਟਰੋਂਗਰ ਹੋ ਕੇ ਨਿਕਲੇ ਇਹਨਾਂ ਸਾਰੇ ਕ੍ਰਾਈਸਿਸ ਚੋਂ। ਡੋਮੈਸਟਿਕ ਕ੍ਰਾਈਸਿਸ ਵੀ ਹੈ ਹਾਲਾਂਕਿ ਹੈਂਡਲ ਹੋ ਗਿਆ ਫਾਈਨਲੀ। ਜਦੋਂ ਕੋਈ ਮਜ਼ਹਬੀ ਮਾਮਲਾ ਆ ਜਾਂਦਾ ਉਹ ਬਿਲਕੁਲ ਜਿਹੜਾ ਉਹ ਸੁੱਕਾ ਬਰੂਦ ਹੁੰਦਾ ਉਹਦੇ 'ਚ। ਔਰ ਸਾਨੂੰ ਦੋ ਤਿੰਨ ਨੇ ਕਿਹਾ ਜੀ ਤੁਸੀਂ ਕਾਮੈਂਟ ਨਹੀਂ ਕੀਤਾ ਜੋ ਪ੍ਰੋਟੈਸਟ, ਮੈਂ ਕਿਹਾ ਜੀ ਇਹ ਮਜ਼ਹਬੀ ਮਾਮਲਾ ਹੈ ਔਰ ਇਹ ਮੇਰਾ ਫੀਲਡ ਵੀ ਨਹੀਂ ਹੈ ਔਰ ਅਸੀਂ ਇਹੀ ਦੁਆ ਕਰ ਸਕਦੇ ਹਾਂ ਕਿ ਪਾਕਿਸਤਾਨ ਇਸ ਸਾਰੇ ਚੋਂ ਨਿਕਲ ਜਾਏ। ਠੀਕ ਨਹੀਂ ਹੈ ਜਦੋਂ ਦੁਸ਼ਮਣ ਚਾਰ ਚਫੇਰੇ ਨੇ ਤੇ ਤੁਹਾਡੇ ਆਪਣੇ ਅੰਦਰੂਨੀ ਜਿਹੜੇ ਨੇ ਆਪਸੀ ਟਕਰਾ ਔਰ ਲੱਕੀਲੀ ਆਪਸ ਦੇ ਵਿੱਚ ਗੱਲਬਾਤ ਰਾਹੀਂ ਹਾਲ ਦੀ ਘੜੀ ਇਹ ਮਾਮਲਾ ਨਜਿੱਠਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।